ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ ਤੇ ਮੈਂ ਸੁਰਬੀਰ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਤੀਜੇ ਦੇਸ਼ ਦੇ ਡਿਪੋਰਟੀਆਂ ਨੂੰ ਲੈ ਕੇ ਪਹਿਲੀ ਅਮਰੀਕੀ ਉਡਾਨ ਗੁਆਟੇਮਾਲਾ ਪਹੁੰਚੀ। ਟਰੰਪ ਪ੍ਰਸ਼ਾਸਨ ਦਾ ਬਿਆਨ, ਇਮੀਗ੍ਰੇਸ਼ਨ ਲਾਗੂ ਕਰਨ ਦੇ ਨਾਲ ਭੋਜਨ ਦੀਆਂ ਕੀਮਤਾਂ ਵਧਣ ਦਾ ਖਤਰਾ। ਕੈਨੇਡਾ ਤੋਂ ਡਿਪੋਰਟ ਹੋਣਗੇ 8 ਪੰਜਾਬੀ। ਅਮਰੀਕਾ ਵਿੱਚ ਵੱਖ-ਵੱਖ ਥਾਵਾਂ ਤੇ ਫਾਇਰਿੰਗ, 6 ਲੋਕਾਂ ਦੀ ਮੌਤ। 79 ਸਾਲ ਦੇ ਟਰੰਪ ਪੂਰੀ ਤਰ੍ਹਾਂ ਫਿੱਟ, ਸਿਹਤ ਜਾਂਚ 14 ਸਾਲ ਘੱਟ ਪਾਈ ਗਈ ਦਿਲ ਦੀ ਉਮਰ। ਹਮਾਸ ਵੱਲੋਂ ਡੋਨਾਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਰੱਦ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਗੁਆਟੇਮਾਲਾ ਨੂੰ ਸੰਯੁਕਤ ਰਾਸ਼ਟਰ ਤੋਂ ਆਪਣੀ ਪਹਿਲੀ ਦੇਸ਼ ਨਿਕਾਲੇ ਦੀ ਉਡਾਨ ਪ੍ਰਾਪਤ ਹੋਈ ਹੈ, ਜਿਸ ਵਿੱਚ ਗੁਆਟੇਮਾਲਾ ਅਤੇ ਵਿਦੇਸ਼ੀ ਪ੍ਰਵਾਸੀ ਦੋਵੇਂ ਸ਼ਾਮਲ ਹਨ। ਦੇਸ਼ ਦੀ ਮਾਈਗ੍ਰੇਸ਼ਨ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਆਪਣੀ ਸਖਤ ਇਮੀਗ੍ਰੇਸ਼ਨ ਵਿਰੋਧੀ ਕਾਰਵਾਈ ਨੂੰ ਅੱਗੇ ਵਧਾ ਰਿਹਾ ਹੈ। ਗੁਆਟੇਮਾਲਾ ਦੀ IGM ਮਾਈਗ੍ਰੇਸ਼ਨ ਏਜੰਸੀ ਦੇ ਅਨੁਸਾਰ ਇਹ ਉਡਾਨ ਸ਼ੁੱਕਰਵਾਰ ਨੂੰ ਪਹੁੰਚੀ, ਜਿਸ ਵਿੱਚ 3 ਹੋਂਡੂਰਨ ਅਤੇ 54 ਗੁਆਟੇਮਾਲਾ ਦੇ ਨਾਗਰਿਕ ਸਨ। ਹੋਂਡੂਰਨ ਯਾਤਰੀਆਂ ਨੂੰ ਉਹਨਾਂ ਦੇ ਦੇਸ਼ ਭੇਜਣ ਤੋਂ ਪਹਿਲਾਂ ਇੱਕ ਮਾਈਗ੍ਰੇਸ਼ਨ ਸੈਂਟਰ ਲਿਜਾਇਆ ਗਿਆ। ਗੁਆਟੇਮਾਲਾ ਸਰਕਾਰ ਨੇ ਕਿਹਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਮਰੀਕਾ ਦੁਆਰਾ ਦੇਸ਼ ਨਿਕਾਲਾ ਦਿੱਤੇ ਗਏ ਗੁਆਂਢੀ ਮੱਧ ਅਮਰੀਕੀ ਦੇਸ਼ ਦੇ ਨਾਗਰਿਕਾਂ ਨੂੰ ਪ੍ਰਾਪਤ ਕਰਨ ਲਈ ਖੁੱਲ੍ਹੀ ਹੈ। ਸੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਰਾਸ਼ਟਰਪਤੀ ਬਰਨਾਰਡੋ ਦੀ ਸਰਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਫੇਰੀ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦੇਸ਼ ਨਿਕਾਲੇ ਦੀਆਂ ਉਡਾਨਾਂ ਦੀ ਗਿਣਤੀ ਵਧਾਉਣ ਦੇ ਲਈ ਸਹਿਮਤ ਹੋ ਗਈ ਹੈ। ਰੇਵਾਲੋ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਗੁਆਟੇਮਾਲਾ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਕੁਝ ਗੈਰ ਨਾਗਰਿਕਾਂ ਨੂੰ ਲੈਣ ਦੇ ਲਈ ਤਿਆਰ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਆਟੇਮਾਲਾ ਨੂੰ ਅਮਰੀਕਾ ਤੋਂ ਦੇਸ਼ ਨਿਕਾਲੇ ਦੀਆਂ ਉਡਾਨਾਂ ਮਿਲੀਆਂ ਹਨ। ਟਰੰਪ ਪ੍ਰਸ਼ਾਸਨ ਦੇ ਤਾਜ਼ਾ ਕਾਰਜਕਾਲ ਦੌਰਾਨ ਗੁਆਟੇਮਾਲਾ ਦੇ ਨਾਗਰਿਕਾਂ ਨੂੰ ਜਨਵਰੀ ਦੇ ਸ਼ੁਰੂ ਵਿੱਚ ਵਾਪਸ ਭੇਜਿਆ ਗਿਆ ਸੀ। ਪਿਛਲੇ ਮਹੀਨੇ ਇੱਕ ਅਮਰੀਕੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਕਾਨੂੰਨੀ ਚੁਣੌਤੀ ਦੇ ਚੱਲਦੇ ਹੋਏ ਸਰਗਰਮ ਇਮੀਗ੍ਰੇਸ਼ਨ ਕੇਸਾਂ ਵਾਲੇ ਗੁਆਟੇਮਾਲਾ ਦੇ ਬਿਨਾਂ ਸਾਥ ਵਾਲੇ ਪ੍ਰਵਾਸੀ ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਗੁਰੇਜ਼ ਕਰਨ ਦਾ ਹੁਕਮ ਦਿੱਤਾ ਸੀ। ਬੱਚੇ ਜੋ ਇਕੱਲੇ ਪਹੁੰਚੇ ਸਨ, ਉਹਨਾਂ ਦੇ ਸ਼ਰਨ ਦਾਅਵਿਆਂ ਦੀ ਸਮੀਖਿਆ ਹੋਣ ਤੱਕ ਸੰਘੀ ਹਿਰਾਸਤ ਵਿੱਚ ਰਹਿੰਦੇ ਸਨ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਸ ਦੀ ਇਮੀਗ੍ਰੇਸ਼ਨ ਕਾਰਵਾਈ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਖੇਤੀਬਾੜੀ ਕਿਰਤ ਸਪਲਾਈ ਨੂੰ ਘੱਟ ਕੇ ਅਮਰੀਕੀਆਂ ਲਈ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦਾ ਜੋਖਮ ਲੈ ਰਹੀ ਹੈ। ਕਿਰਤ ਵਿਭਾਗ ਨੇ ਪਿਛਲੇ ਹਫ਼ਤੇ ਫੈਡਰਲ ਰਜਿਸਟਰ ਵਿੱਚ ਦਾਇਰ ਇੱਕ ਅਸਪਸ਼ਟ ਦਸਤਾਵੇਜ਼ ਵਿੱਚ ਚੇਤਾਵਨੀ ਦਿੱਤੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਦੀ ਲਗਭਗ ਪੂਰੀ ਤਰ੍ਹਾਂ ਬੰਦ ਅਮਰੀਕੀ ਖਪਤਕਾਰਾਂ ਲਈ ਘਰੇਲੂ ਭੋਜਨ ਉਤਪਾਦਨ ਅਤੇ ਕੀਮਤਾਂ ਦੀ ਸਥਿਰਤਾ ਨੂੰ ਖਤਰਾ ਪੈਦਾ ਕਰ ਰਹੀ ਹੈ। ਜਦੋਂ ਤੱਕ ਵਿਭਾਗ ਸਥਿਰ ਅਤੇ ਕਾਨੂੰਨੀ ਕਿਰਤ ਦਾ ਸਰੋਤ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਨਹੀਂ ਕਰਦਾ, ਇਹ ਖਤਰਾ ਵੱਧਦਾ ਰਹੇਗਾ। ਵਨ ਬਿਗ ਬਿਊਟੀਫੁਲ ਬਿੱਲ ਐਕਟ ਤੋਂ ਇਮੀਗ੍ਰੇਸ਼ਨ ਲਾਗੂ ਕਰਨ ਲਈ ਫੰਡਿੰਗ ਵਿੱਚ ਵਾਧਾ ਹੋਣ ਦੇ ਨਾਲ ਕਿਰਤ ਵਿਭਾਗ ਨੇ ਫੈਡਰਲ ਰਜਿਸਟਰ ਵਿੱਚ ਕਿਹਾ ਕਿ ਜੋ ਕਿ ਉਹ ਜਗ੍ਹਾ ਹੈ ਜਿੱਥੇ ਸਾਰੇ ਪ੍ਰਸਤਾਵਿਤ ਨਿਯਮ ਜਨਤਾ ਨੂੰ ਦੇਖਣ ਅਤੇ ਟਿੱਪਣੀ ਕਰਨ ਲਈ ਦਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਸਕੱਤਰ ਬਰੂਕ ਰੋਲਿੰਸ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦਾ ਖੰਡਨ ਕਰਦੇ ਹੋਏ ਕਿ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਨਤੀਜੇ ਵਜੋਂ ਅਮਰੀਕੀ ਖੇਤੀਬਾੜੀ ਕਰਮਚਾਰੀ 100% ਅਮਰੀਕੀ ਬਣ ਜਾਣਗੇ। ਕਿਰਤ ਵਿਭਾਗ ਨੇ ਨੋਟ ਕੀਤਾ ਕਿ ਅਮਰੀਕੀ ਖੇਤੀਬਾੜੀ ਦੇ ਕੰਮ ਵਿੱਚ ਕਦਮ ਰੱਖਣ ਲਈ ਤਿਆਰ ਨਹੀਂ ਹਨ ਅਤੇ ਉਹਨਾਂ ਦੇ ਕੋਲ ਖੇਤੀਬਾੜੀ ਦੀਆਂ ਨੌਕਰੀਆਂ ਨੂੰ ਭਰਨ ਦੇ ਹੁਨਰ ਦੀ ਘਾਟ ਵੀ ਹੈ, ਜੋ ਗੈਰ ਦਸਤਾਵੇਜ਼ੀ ਪ੍ਰਵਾਸੀ ਛੱਡ ਰਹੇ ਹਨ। ਸੋ ਏਜੰਸੀ ਨੇ ਕਿਹਾ ਹੈ ਕਿ ਵਿਭਾਗ ਇਹ ਸਿੱਟਾ ਕੱਢਦਾ ਹੈ ਕਿ ਯੋਗ ਅਤੇ ਯੋਗ ਅਮਰੀਕੀ ਕਾਮੇ ਆਪਣੇ ਆਪ ਨੂੰ ਲੋੜੀਂਦੀ ਗਿਣਤੀ ਵਿੱਚ ਉਪਲਬਧ ਨਹੀਂ ਕਰਵਾਉਣਗੇ। ਅਮਰੀਕਨ ਪ੍ਰੋਸਪੈਕਟ ਨੇ ਸਭ ਤੋਂ ਪਹਿਲਾਂ ਕਿਰਤ ਵਿਭਾਗ ਦੀਆਂ ਟਿੱਪਣੀਆਂ ਤੇ ਰਿਪੋਰਟ ਦਿੱਤੀ ਕਿ ਇਮੀਗ੍ਰੇਸ਼ਨ ਨੀਤੀਆਂ ਭੋਜਨ ਸਪਲਾਈ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਅਤੇ ਅਮਰੀਕੀ ਕਾਮੇ ਖੇਤੀਬਾੜੀ ਦੀਆਂ ਨੌਕਰੀਆਂ ਲੈਣ ਲਈ ਤਿਆਰ ਨਹੀਂ ਹਨ।
ਇਸ ਕਰਕੇ ਕਿਰਤ ਵਿਭਾਗ ਦੇ ਵਿੱਚ ਖਾਸ ਤੌਰ ਤੇ ਖੇਤੀਬਾੜੀ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਉਸ ਵਿੱਚ ਅਮਰੀਕਨਸ ਨੌਕਰੀ ਨਹੀਂ ਕਰ ਰਹੇ। ਇਸ ਦੇ ਨਾਲ ਹੀ ਦੇਸ਼ ਨਿਕਾਲੇ ਦੀ ਮੁਹਿੰਮ ਚੱਲ ਰਹੀ ਹੈ, ਜਿਸ ਦੇ ਚੱਲਦੇ ਬਹੁਤ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸੋ ਇੱਕ ਵੱਡਾ ਅਸਰ ਇਸ ਉੱਤੇ ਦੇਖਣ ਨੂੰ ਮਿਲਦਾ ਪਿਆ ਹੈ। ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਸੂਚੀ ਉਸ ਵੇਲੇ ਹੋਰ ਲੰਮੀ ਹੋ ਗਈ ਜਦੋਂ ਪੀਲ ਰੀਜਨਲ ਪੁਲਿਸ ਵੱਲੋਂ ਕਾਬੂ 8 ਨੌਜਵਾਨਾਂ ਦੇ ਪੋਤੜੇ ਫਰੋਲਨ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਪੁੱਜ ਗਏ। CBSA ਕੋਲ ਅਪਰਾਧਿਕ ਰਿਕਾਰਡ ਵਾਲੇ 1635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਅਤੇ ਇਨ੍ਹਾਂ ਵਿੱਚੋਂ ਕਈ ਦੇਸ਼ ਨਿਕਾਲੇ ਤੋਂ ਬਚਣ ਲਈ ਰਿਪੋਰਟ ਹੋ ਗਏ। ਬਾਰਡਰ ਅਫਸਰ ਇਹ ਮੌਕਾ ਜਿਹੜਾ ਹੈ ਗਵਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭੀ ਜਾ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ $4 ਲੱਖ ਤੋਂ ਵੱਧ ਮੂਲ ਦੀ ਚੋਰੀशुदा ਡਾਕ ਸਣੇ ਕਾਬੂ ਕੀਤੇ ਪੰਜਾਬੀਆਂ ਦੀ ਸ਼ਨਾਖਤ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜਟਾਣਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਵੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ। ਚੋਰੀशुदा ਡਾਕ ਵਿੱਚ 250 ਤੋਂ ਵੱਧ ਚੈੱਕ, 182 ਕ੍ਰੈਡਿਟ ਕਾਰਡ, 20 ਗਿਫਟ ਕਾਰਡ ਅਤੇ ਵੱਖ-ਵੱਖ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਗਏ। ਡਾਕ ਚੋਰ ਗਿਰੋਹ ਦੇ ਗ੍ਰਿਫਤਾਰ ਮੈਂਬਰਾਂ ਦੀ ਉਮਰ 21 ਸਾਲ ਤੋਂ 29 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਸਾਰੇ ਮਿਸੀਸਾਗਾ ਜਾਂ ਬਰੈਂਪਟਨ ਨਾਲ ਸੰਬੰਧਿਤ ਹਨ। ਪੁਲਿਸ ਨੇ ਦੱਸਿਆ ਕਿ ਮਾਲਟਨ ਵਿੱਚ ਛਾਪਿਆਂ ਦੌਰਾਨ ਚੋਰੀशुदा ਡਾਕ ਬਰਾਮਦ ਕੀਤੀ ਗਈ ਜੋ ਮਿਸੀਸਾਗਾ ਅਤੇ ਬਰੈਂਪਟਨ ਤੋਂ ਇਲਾਵਾ ਹਾਲਟਨ ਰੀਜਨ ਵਿੱਚ ਜਨਤਕ ਥਾਵਾਂ ਤੇ ਲੱਗੇ ਡਾਕ ਬਕਸਿਆਂ ਵਿੱਚੋਂ ਕੱਢੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਡਾਕ ਚੋਰਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ 21 ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ ਦੇ ਨਾਲ ਸੰਪਰਕ ਕੀਤਾ ਜਾਵੇ। ਉਧਰ CBSA ਵਾਲੇ ਸੰਭਾਵਤ ਤੌਰ ਤੇ ਇੱਕ ਚਾਰਟਰਡ ਪਲੇਨ ਭਰ ਕੇ ਇੰਡੀਆ ਭੇਜਣ ਦੀ ਯੋਜਨਾ ਬਣਾ ਰਹੇ ਹੈ। ਅਪਰਾਧਕ ਪਿਛੋਕੜ ਵਾਲੇ ਵਿਦੇਸ਼ੀ ਨਾਗਰਿਕਾਂ ਵਿੱਚੋਂ 70% ਵਿਰੁੱਧ ਗੰਭੀਰ ਦੋਸ਼ ਹਨ ਜਿਨ੍ਹਾਂ ਤਹਿਤ 6 ਮਹੀਨੇ ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਬਾਰਡਰ ਏਜੰਸੀ ਦੇ ਬੁਲਾਰੇ ਲੁਕ ਰਾਈਮਰ ਦਾ ਕਹਿਣਾ ਸੀ ਕਿ ਰਿਮੂਵਲ ਆਰਡਰਸ ਦੇ ਘਰੇ ਵਿੱਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਮੁਲਕ ਵਿੱਚੋਂ ਕੱਢਣਾ ਏਜੰਸੀ ਦਾ ਫਰਜ਼ ਹੈ ਤਾਂ ਕਿ ਕੈਨੇਡਾ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਰਾਈਮਰ ਨੇ ਦੱਸਿਆ ਕਿ ਡੈਪੂਟੇਸ਼ਨ ਸੂਚੀ ਵਿੱਚ ਆਏ ਵਿਦੇਸ਼ੀ ਨਾਗਰਿਕ ਵੱਖ-ਵੱਖ ਤਰੀਕੇ ਅਖਤਿਆਰ ਕਰਦਿਆਂ ਬਾਰਡਰ ਅਫਸਰਾਂ ਤੋਂ ਬਚਣ ਦੇ ਯਤਨ ਕਰ ਰਹੇ ਹਨ ਪਰ ਲੰਮਾ ਸਮਾਂ ਅਜਿਹਾ ਨਹੀਂ ਕਰ ਸਕਦੇ। ਇਸੇ ਦੌਰਾਨ ਇਮੀਗ੍ਰੇਸ਼ਨ ਵਕੀਲ ਯੋਆਨ ਐਕਸਲ ਨੇ ਕਿਹਾ ਕਿ ਫਾਸਟਰ ਰਿਮੂਵਲ ਆਫ ਫੋਰਨ ਕ੍ਰਿਮੀਨਲਸ ਐਕਟ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨਾ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਮਗਰੋਂ ਵਿਦੇਸ਼ੀ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਸ ਕੋਲ ਡੈਪੂਟੇਸ਼ਨ ਵਿਰੁੱਧ ਅਪੀਲ ਕਰਨ ਦਾ ਰਾਹ ਬਾਕੀ ਨਹੀਂ ਬਚਦਾ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪਿਛਲੇ ਸਾਲ 18,000 ਅਪਰਾਧੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਆਉਂਦੇ 2 ਵਰ੍ਹਿਆਂ ਦੌਰਾਨ 20,000 ਹੋਰਨਾਂ ਨੂੰ ਡਿਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ। ਅਪਰਾਧੀਆਂ ਤੋਂ ਇਲਾਵਾ ਅਸਫਲ ਅਜ਼ਾਈਲਮ ਕਲੇਮਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ਵਿੱਚ ਗੋਲੀਬਾਰੀ ਹੁੰਦੀ ਰਹਿੰਦੀ ਹੈ ਜਿਸ ਕਾਰਨ ਮਾਸੂਮ ਰਾਹਗੀਰ ਮਾਰੇ ਜਾਂਦੇ ਹਨ। ਇੱਕ ਤਾਜ਼ਾ ਘਟਨਾ ਵਿੱਚ ਅਮਰੀਕਾ ਦੇ ਮਿਸੀਸਿਪੀ ਡੈਲਟਾ ਖੇਤਰ ਵਿੱਚ 2 ਵੱਖ-ਵੱਖ ਗੋਲੀਬਾਰੀ ਵਿੱਚ 6 ਲੋਕ ਮਾਰੇ ਗਏ। ਇਹ ਘਟਨਾਵਾਂ ਸ਼ੁੱਕਰਵਾਰ ਰਾਤ ਨੂੰ ਵਾਪਰੀਆਂ। ਸਟੇਟ ਸੈਨੇਟਰ ਡੈਰਿਕ ਨੇ ਦੱਸਿਆ ਕਿ ਗੋਲੀਬਾਰੀ ਲੇਲੈਂਡ ਵਿੱਚ ਇੱਕ ਹਾਈ ਸਕੂਲ ਫੁੱਟਬਾਲ ਘਰ ਵਾਪਸੀ ਖੇਡ ਤੋਂ ਬਾਅਦ ਹੋਈ ਹੈ। 4 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਗ੍ਰੀਨਵਿਲ ਅਤੇ ਫਿਰ ਰਾਜਧਾਨੀ ਜੈਕਸਨ ਦੇ ਇੱਕ ਵੱਡੇ ਹਸਪਤਾਲ ਵਿੱਚ ਲਿਜਾਇਆ ਗਿਆ। ਲੇਲੈਂਡ ਦੇ ਮੇਅਰ ਜੌਨ ਲੀ ਨੇ ਗੋਲੀਬਾਰੀ ਨੂੰ ਇੱਕ ਸਕੂਲ ਕੈਂਪਸ ਦੇ ਬਾਹਰ ਹੋਈ ਅਤੇ ਆਪਣੇ ਸ਼ਹਿਰ ਲਈ ਇੱਕ ਹੈਰਾਨ ਕਰਨ ਵਾਲੀ ਘਟਨਾ ਦੱਸਿਆ ਜਿਸ ਨੂੰ ਆਮ ਤੌਰ ਤੇ ਇੱਕ ਸ਼ਾਂਤ ਖੇਤਰ ਮੰਨਿਆ ਜਾਂਦਾ ਹੈ। ਇੱਕ ਹੋਰ ਘਟਨਾ ਵਿੱਚ ਹਾਈਡਲਬਰਗ ਵਿੱਚ ਹਾਈ ਸਕੂਲ ਘਰ ਵਾਪਸੀ ਵੀਕਐਂਡ ਦੌਰਾਨ ਇੱਕ ਸਕੂਲ ਕੈਂਪਸ ਵਿੱਚ ਗੋਲੀਬਾਰੀ ਹੋਈ ਜਿਸ ਦੇ ਨਤੀਜੇ ਵਜੋਂ 2 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਖੀ ਕਾਰਨੇਲ ਵਾਈਟ ਨੇ ਕਿਹਾ ਕਿ ਪੀੜਤਾ ਦੀ ਪਛਾਣ ਅਜੇ ਸਪਸ਼ਟ ਨਹੀਂ ਹੈ। ਜੈਸਪਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ 18 ਸਾਲਾਂ ਦੇ ਟਾਈਲਰ ਜੈਰੋਡ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਘਟਨਾ ਸਕੂਲ ਦੀ ਫੁੱਟਬਾਲ ਟੀਮ ਹਾਈਡਲਬਰਗ ਆਇਲਰਸ ਨਾਲ ਸੰਬੰਧਿਤ ਇੱਕ ਖੇਡ ਦੌਰਾਨ ਵਾਪਰੀ ਹੈ। ਸਕੂਲ ਕੈਂਪਸ ਵਿੱਚ ਮੌਤਾਂ ਹੋਈਆਂ ਨੇ। ਪੁਲਿਸ ਮੁਖੀ ਕਾਰਨੇਲ ਨੇ ਕਿਹਾ ਕਿ 2 ਮੌਤਾਂ ਸ਼ੁੱਕਰਵਾਰ ਰਾਤ ਸਕੂਲ ਕੈਂਪਸ ਦੇ ਵਿੱਚ ਹੋਈਆਂ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਸਨ ਜਾਂ ਨਹੀਂ। ਪੁਲਿਸ ਨੇ ਕਿਹਾ ਹੈ ਕਿ ਪੁੱਛਗਿੱਛ ਲਈ ਇੱਕ 18 ਸਾਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਜੈਸਪਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਜਾਂ ਸ਼ੈਰਿਫ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਜਾਂਚ ਕੀਤੀ ਗਈ, ਜਿਸ ਵਿੱਚ ਉਹ ਬਿਲਕੁਲ ਤੰਦਰੁਸਤ ਪਾਏ ਗਏ। ਵਾਈਟ ਹਾਊਸ ਵੱਲੋਂ ਕਿਹਾ ਗਿਆ ਕਿ ਸਿਹਤ ਜਾਂਚ ਉਹਨਾਂ ਦੇ ਦਿਲ ਦੀ ਉਮਰ ਉਹਨਾਂ ਦੀ ਅਸਲੀ ਉਮਰ ਤੋਂ 14 ਸਾਲ ਘੱਟ ਹੈ। 79 ਸਾਲਾਂ ਦੇ ਟਰੰਪ ਜਨਵਰੀ 'ਚ ਵਾਈਟ ਹਾਊਸ 'ਚ ਦੁਬਾਰਾ ਚਾਰਜ ਸੰਭਾਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਸਭ ਤੋਂ ਉਮਰਦਾਜ਼ ਵਿਅਕਤੀ ਸਨ। ਗਾਜ਼ਾ ਜੰਗਬੰਦੀ ਸਮਝੌਤੇ ਤੋਂ ਬਾਅਦ ਉਹ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਟਰੰਪ ਦੇ ਡਾਕਟਰ ਸੀਨ ਬਾਰਬੇਲਾ ਨੇ ਕਿਹਾ ਕਿ ਟਰੰਪ ਦੀ ਸਿਹਤ ਠੀਕ-ਠਾਕ ਹੈ। ਉਹਨਾਂ ਦਾ ਦਿਲ, ਫੇਫੜੇ, ਤੰਤਰਿਕਾ ਸੰਬੰਧੀ ਹੋਰ ਸਰੀਰਕ ਪ੍ਰਦਰਸ਼ਨ ਕਾਫੀ ਬਿਹਤਰ ਹਨ। ਟਰੰਪ ਨੇ ਆਪਣੀ ਅਗਲੀ ਅੰਤਰਰਾਸ਼ਟਰੀ ਯਾਤਰਾ ਦੀ ਤਿਆਰੀ ਲਈ ਟੀਕਾਕਰਨ ਵੀ ਕਰਵਾਇਆ ਹੈ। ਇਸ ਵਿੱਚ ਫਲੂ ਤੇ ਕੋਵਿਡ-19 ਬੂਸਟਰ ਟੀਕਾਕਰਨ ਸ਼ਾਮਲ ਹੈ। ਵਾਈਟ ਹਾਊਸ ਨੇ ਇਸ ਹਫ਼ਤੇ ਟਰੰਪ ਦੀ ਵਾਲਟਰ ਰੀਡ ਯਾਤਰਾ ਨੂੰ ਸ਼ੁਰੂਆਤ 'ਚ ਨਿਯਮਿਤ ਸਾਲਾਨਾ ਜਾਂਚ ਦੱਸਿਆ ਸੀ। ਹਾਲਾਂਕਿ ਟਰੰਪ ਨੇ ਅਪ੍ਰੈਲ 'ਚ ਆਪਣੀ ਸਾਲਾਨਾ ਸਰੀਰਕ ਜਾਂਚ ਕਰਵਾਈ ਸੀ। ਰਾਸ਼ਟਰਪਤੀ ਨੇ ਤਦ ਇਸ ਨੂੰ ਅਰਧ ਸਾਲਾਨਾ ਜਾਂਚ ਕਰਾਰ ਦਿੱਤਾ ਸੀ। ਟਰੰਪ ਦੀ ਅਪ੍ਰੈਲ ਦੀ ਸਰੀਰਕ ਜਾਂਚ 'ਚ ਪਾਇਆ ਗਿਆ ਕਿ ਉਹ ਕਮਾਂਡਰ ਇਨ ਚੀਫ ਦੇ ਰੂਪ 'ਚ ਸੇਵਾ ਕਰਨ ਲਈ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਇਜ਼ਰਾਈਲ ਹਮਾਸ ਵਿਚਕਾਰ ਜੰਗਬੰਦੀ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ। ਹਮਾਸ ਨੇ ਟਰੰਪ ਦੀ ਪ੍ਰਸਤਾਵਿਤ ਗਾਜ਼ਾ ਸ਼ਾਂਤੀ ਯੋਜਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਹਮਾਸ ਨੇ ਸਪਸ਼ਟ ਤੌਰ ਤੇ ਐਲਾਨ ਕੀਤਾ ਕਿ ਉਹ ਗਾਜ਼ਾ ਸ਼ਾਂਤੀ ਯੋਜਨਾ ਤੇ ਦਸਤਖਤ ਨਹੀਂ ਕਰੇਗਾ। ਹਮਾਸ ਨੇ ਮਿਸਰ ਵਿੱਚ ਹੋਣ ਵਾਲੇ ਗਾਜ਼ਾ ਸ਼ਾਂਤੀ ਯੋਜਨਾ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਹਮਾਸ ਦੇ ਇਸ ਫੈਸਲੇ ਨਾਲ ਗਾਜ਼ਾ ਵਿੱਚ ਤੁਰੰਤ ਸ਼ਾਂਤੀ ਅਤੇ ਜੰਗਬੰਦੀ ਸਥਾਪਿਤ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਯਤਨਾਂ ਦੀ ਸਫਲਤਾ ਤੇ ਸਵਾਲ ਖੜੇ ਹੋ ਗਏ ਹਨ। ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ਾਂਤੀ ਵਾਰਤਾ ਮਿਸਰ ਵਿੱਚ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਮਿਸਰ ਅਤੇ ਇਜ਼ਰਾਈਲ ਦੇ ਦੌਰੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਅਤੇ ਮਿਸਰ ਦੇ ਦੌਰੇ ਤੇ ਹਨ। ਸੋ ਆਪਣੀ ਫੇਰੀ ਦੌਰਾਨ ਉਹ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮਿਸਰ ਵਿੱਚ ਇੱਕ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਸੰਮੇਲਨ ਸੋਮਵਾਰ 13 ਅਕਤੂਬਰ ਨੂੰ ਮਿਸਰ ਦੇ ਲਾਲ ਸਾਗਰ ਰਿਜ਼ੋਰਟ ਸ਼ਹਿਰ ਸ਼ਰਮ ਅਲ ਸ਼ੇਖ ਵਿੱਚ ਹੋਵੇਗਾ। ਸੋ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਗਾਜ਼ਾ ਸ਼ਾਂਤੀ ਯੋਜਨਾ ਦੇ 9 ਅਕਤੂਬਰ ਨੂੰ ਦਸਤਖਤ ਕੀਤੇ ਗਏ ਸਨ ਅਤੇ ਉਦੋਂ ਤੋਂ ਜੰਗਬੰਦੀ ਸਥਾਪਿਤ ਹੋ ਗਈ ਹੈ। ਬੰਦਕਾਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਸਹਾਇਤਾ ਸਪਲਾਈ ਗਾਜ਼ਾ ਪਹੁੰਚ ਗਈ ਹੈ। ਗਾਜ਼ਾ ਸ਼ਾਂਤੀ ਯੋਜਨਾ ਨੂੰ ਅਧਿਕਾਰੀ ਤੌਰ ਤੇ ਸੰਮੇਲਨ ਵਿੱਚ ਲਾਂਚ ਕੀਤਾ ਜਾਵੇਗਾ, ਜਿਸ ਵਿੱਚ 20 ਤੋਂ ਵੱਧ ਦੇਸ਼ਾਂ ਦੇ ਰਾਜਮੁਖੀ ਅਤੇ ਪ੍ਰਤੀਨਿਧੀ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਮੁੱਖ ਮਹਿਮਾਨ ਹੋਣਗੇ, ਜਦਕਿ ਸੰਯੁਕਤ ਰਾਜ ਅਮਰੀਕਾ ਨੇ ਈਰਾਨ ਨੂੰ ਵੀ ਸੰਮੇਲਨ ਵਿੱਚ ਸੱਦਾ ਦਿੱਤਾ ਹੈ। ਹਾਲਾਂਕਿ ਇਜ਼ਰਾਈਲੀ ਪ੍ਰਤੀਨਿਧੀ ਹਿੱਸਾ ਨਹੀਂ ਲੈਣਗੇ ਅਤੇ ਹੁਣ ਹਮਾਸ ਨੇ ਵੀ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦੇ ਟੈਨੈਂਸੀ ਸੂਬੇ ਵਿੱਚ ਬੰਬ ਤਿਆਰ ਕਰਨ ਵਾਲੇ ਕਾਰਖਾਨੇ ਵਿੱਚ ਹੋਏ ਧਮਾਕੇ ਦੌਰਾਨ ਘੱਟੋ-ਘੱਟ 19 ਜਾਣਿਆਂ ਦੀ ਮੌਤ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਟੈਨੈਂਸੀ ਸੂਬੇ ਦੀ ਰਾਜਧਾਨੀ ਨੈਸ਼ਵਿਲ ਤੋਂ 60 ਮੀਲ ਦੱਖਣ ਪੱਛਮ ਵੱਲ ਸਥਿਤ ਬਕਸਨੋਟ ਕਸਬੇ ਨੇੜੇ ਐਕਿਊਰੇਟ ਐਨਰਜੈਟਿਕ ਸਿਸਟਮਸ ਪਲਾਂਟ ਵਿੱਚ ਸਵੇਰੇ ਤਕਰੀਬਨ 8 ਵਜੇ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰਖਾਨੇ ਤੋਂ ਮੀਲਾਂ ਦੂਰ ਰਿਹਾਇਸ਼ੀ ਇਲਾਕੇ ਵਿੱਚ ਵਸਦੇ ਲੋਕਾਂ ਨੇ ਇਸ ਆਵਾਜ਼ ਸੁਣੀ। ਸੋ ਧਮਾਕੇ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਖਾਨੇ ਦੀ ਇਮਾਰਤ ਤਬਾਹ ਹੋ ਚੁੱਕੀ ਹੈ ਅਤੇ ਉੱਥੇ ਮੌਜੂਦ ਗੱਡੀਆਂ ਦੇ ਪਰਖੱਚੇ ਉੱਡ ਚੁੱਕੇ ਹਨ। ਸੋ ਇਸ ਤੋਂ ਪਹਿਲਾਂ ਅਪ੍ਰੈਲ 2014 ਦੇ ਵਿੱਚ ਵੀ ਇਸ ਕਾਰਖਾਨੇ ਵਿੱਚ ਧਮਾਕਾ ਹੋਇਆ ਅਤੇ ਉਸ ਵੇਲੇ ਇੱਕ ਜਣੇ ਦੀ ਜਾਨ ਗਈ, ਜਦਕਿ 3 ਹੋਰ ਜ਼ਖਮੀ ਹੋਏ। ਹੰਫਰੀਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ ਦੱਸਿਆ ਕਿ 19 ਜਣੇ ਲਾਪਤਾ ਹਨ, ਜਿਨ੍ਹਾਂ ਦੇ ਪਰਿਵਾਰਾਂ ਨੂੰ ਤਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਯਾਨੀ ਕਿ ਉਹਨਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ ਤੇ ਤਸੱਲੀ ਦਿੱਤੀ ਜਾ ਰਹੀ ਹੈ। ਪੁਲਿਸ ਮੁਤਾਬਕ ਵੱਡੇ ਧਮਾਕੇ ਤੋਂ ਬਾਅਦ ਕਾਰਖਾਨੇ ਵਿੱਚ ਕਈ ਛੋਟੇ ਧਮਾਕੇ ਵੀ ਹੋਏ, ਜਿਸ ਦੇ ਮੱਦੇਨਜ਼ਰ ਐਮਰਜੈਂਸੀ ਕਾਮਿਆਂ ਨੂੰ ਮੌਕੇ ਤੇ ਪੁੱਜਣ ਵਿੱਚ ਦੇਰ ਹੋਈ। ਬਿਊਰੋ ਆਫ ਐਲਕੋਹਲ, ਟੋਬੈਕੋ, ਫਾਇਰਆਰਮਸ ਐਂਡ ਐਕਸਪਲੋਸਿਵਸ ਦੇ ਅਫਸਰਾਂ ਦੀ ਟੀਮ ਰਵਾਨਾ ਹੋ ਚੁੱਕੀ ਹੈ ਅਤੇ ਕੁਝ ਦਿਨਾਂ ਤੱਕ ਧਮਾਕੇ ਦੇ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ।
ਦੂਜੇ ਪਾਸੇ ਕਾਰਖਾਨੇ ਤੋਂ 15 ਮੀਲ ਦੂਰ ਰਹਿੰਦੀ ਬਿਓਨਿਕਾ ਹੋਲਟ ਨੇ ਦੱਸਿਆ ਕਿ ਉਹ ਆਪਣੇ ਬੈਡਰੂਮ ਵਿੱਚ ਸੀ ਜਦੋਂ ਅਤੇ ਸਾਰਾ ਘਰ ਕੰਬ ਗਿਆ ਜਦੋਂ ਧਮਾਕਾ ਹੋਇਆ। शुरुआत में यह महसूस होया कि जंग शुरू हो चुकी है ਅਤੇ ਹੁਣ ਕੋਈ ਨਹੀਂ ਬਚੇਗਾ। ਕਾਰਖਾਨੇ ਤੋਂ 20 ਮਿੰਟ ਦੀ ਦੂਰੀ ਤੇ ਲੋਬਲਵਿਲ ਵਿਖੇ ਰਹਿੰਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰ ਬੁਰੀ ਤਰ੍ਹਾਂ ਕੰਬ ਗਏ। ਕਾਰਖਾਨੇ ਤੋਂ 40 ਮੀਲ ਦੂਰ ਸੈਂਟਾ ਫੇ ਵਿਖੇ ਰਹਿੰਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਘਰ ਕੰਬਣ ਦਾ ਜ਼ਿਕਰ ਕੀਤਾ। ਤਕਰੀਬਨ 1300 ਏਕੜ ਵਿੱਚ ਫੈਲੇ ਕਾਰਖਾਨੇ ਵਿੱਚ ਬੰਬ ਦਾ ਪ੍ਰੀਖਣ ਲਈ ਖਾਸ ਥਾਵਾਂ ਬਣੀਆਂ ਹੋਈਆਂ ਹਨ, ਪਰ ਧਮਾਕਾ ਕਿੱਥੇ ਅਤੇ ਕਿਉਂ ਹੋਇਆ ਅਜਿਹੇ ਕਈ ਸਵਾਲਾਂ ਦੇ ਜਵਾਬ ਮਿਲਣ ਵਿੱਚ ਸਮਾਂ ਲੱਗ ਸਕਦਾ ਹੈ। पिछले कुछ दिनों तो मैक्सीको विच लगातार हो रही भारी बारिश ने तबाही मचा दी है। देश के ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ 27 ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੈਰਾਕਰੂਜ਼ ਰਾਜ ਵਿੱਚ 6 ਤੋਂ 9 ਅਕਤੂਬਰ ਦੇ ਵਿਚਕਾਰ ਲਗਭਗ 540 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਖਾੜੀ ਤੱਟ ਤੇ ਸਥਿਤ ਇਸ ਰਾਜ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ 15 ਮੌਤਾਂ ਹੋਈਆਂ ਹਨ। ਫੌਜ ਅਤੇ ਜਲ ਸੈਨਾ ਦੀਆਂ ਟੀਮਾਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਮਾਰ ਹੇਠ ਆਏ 42 ਤੋਂ ਵੱਧ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਕਸੀਕੋ ਸਿਟੀ ਤੋਂ 275 ਕਿਲੋਮੀਟਰ ਉੱਤਰ ਪੂਰਬ ਵਿੱਚ ਸਥਿਤ ਤੇਲ ਵਾਲੇ ਸ਼ਹਿਰ ਪੋਜ਼ਾ ਰੀਕਾ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਸੀ, ਜਿਸ ਨਾਲ ਨੁਕਸਾਨ ਹੋਰ ਵੀ ਵੱਧ ਗਿਆ। ਹਿਡਾਲਗੋ ਰਾਜ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਿਜਲੀ ਗੁੱਲ ਹੋ ਗਈ ਹੈ। ਪੁਏਬਲਾ ਰਾਜ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16000 ਤੋਂ ਵੱਧ ਘਰ ਨੁਕਸਾਨੇ ਗਏ ਹਨ ਜਾਂ ਤਬਾਹ ਹੋ ਗਏ। ਕਵੇਰੇਟਾਰੋ ਰਾਜ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਦੇਸ਼ ਭਰ ਵਿੱਚ 3,20,000 ਤੋਂ ਵੱਧ ਲੋਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਸਥਿਤੀ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ, ਪਰ ਮੌਸਮ ਵਿਭਾਗ ਨੇ ਫਿਲਹਾਲ ਹੋਰ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ 2026 ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ $1 ਦਾ ਸਿੱਕਾ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਇਸ ਸਿੱਕੇ ਦੇ ਇੱਕ ਪਾਸੇ ਟਰੰਪ ਆਪਣੀ ਮੁੱਠੀ ਚੁੱਕੀ ਦਿਖਾਈ ਦੇਣਗੇ ਤੇ ਉਸ ਤੇ ਲਿਖਿਆ ਹੈ ਲੜੋ ਲੜੋ ਲੜੋ। ਹਾਲਾਂਕਿ ਅਮਰੀਕਾ ਦਾ ਪੁਰਾਣਾ ਕਾਨੂੰਨ ਦੇਸ਼ 'ਚ ਕਿਸੇ ਵੀ ਜ਼ਿੰਦਾ ਵਿਅਕਤੀ ਦੀ ਤਸਵੀਰ ਨੂੰ ਸਿੱਕਿਆਂ, ਬਾਂਡ, ਸਿਕਿਉਰਿਟੀਜ਼ ਨੋਟਾਂ, ਅੰਸ਼ਕ ਜਾਂ ਡਾਕ ਮੁਦਰਾ ਤੇ ਛਾਪਣ ਤੋਂ ਰੋਕਦਾ ਹੈ। ਪਰ ਇਸ ਖਬਰ ਦੇ ਨਾਲ ਪੁਰਾਤਨ ਰੋਮਨ ਮੁਦਰਾ ਸ਼ਾਸਤਰ ਦੀ ਦੁਨੀਆ 'ਚ ਚਰਚਾ ਤੇਜ਼ ਹੋ ਗਈ ਹੈ। ਇਤਿਹਾਸਕਾਰਾਂ ਦੇ ਮੁਤਾਬਕ 2000 ਸਾਲ ਪਹਿਲਾਂ ਰੋਮ ਸਾਮਰਾਜ 'ਚ 2 ਅਜਿਹੇ ਸ਼ਾਸਕ ਹੋਏ ਜਿਨ੍ਹਾਂ ਨੇ ਜਿਉਂਦੇ ਜੀ ਆਪਣੀ ਤਸਵੀਰ ਵਾਲੇ ਸਿੱਕੇ ਟਲਵਾਏ ਤੇ ਜਾਰੀ ਕੀਤੇ। ਇਹਨਾਂ 'ਚ ਇੱਕ ਸੀ ਲੂਸੀਅਸ ਕੋਰਨੇਲੀਅਸ ਸੁਲਾ ਫੈਲਿਕਸ, ਜਿਸਨੇ ਰੋਮ ਤੇ 82 ਈਸਾ ਪੂਰਵ ਤੱਕ ਰਾਜ ਕੀਤਾ। ਚਾਂਦੀ ਦੇ ਸਿੱਕੇ ਤੇ ਸੁਲਾ ਨੂੰ 4 ਘੋੜਿਆਂ ਵਾਲੇ ਰੱਥ ਤੇ ਸਵਾਰ ਦਿਖਾਇਆ ਗਿਆ ਸੀ। ਸੁਲਾ ਨੇ ਰੋਮ 'ਚ ਲੰਬੇ ਸਮੇਂ ਤੋਂ ਕਾਇਮ ਗਣਤੰਤਰੀ ਵਿਵਸਥਾ ਨੂੰ ਤਾਨਾਸ਼ਾਹੀ 'ਚ ਬਦਲ ਦਿੱਤਾ ਸੀ। ਇਸ ਦੇ ਲਈ ਉਸਨੇ ਐਮਰਜੈਂਸੀ ਅਧਿਕਾਰੀਆਂ ਦੀ ਵਰਤੋਂ ਕੀਤੀ ਸੀ। ਇਸ ਤਹਿਤ ਨਿਯਮ ਮੁਤਾਬਕ ਸਿਰਫ 6 ਮਹੀਨੇ ਲਈ ਤਾਨਾਸ਼ਾਹੀ ਲਾਗੂ ਹੋ ਸਕਦੀ ਸੀ, ਪਰ ਉਸਨੇ ਇਸ ਨੂੰ ਕਾਇਮ ਰੱਖਿਆ ਸੀ। 44 ਈਸਾ ਪੂਰਵ 'ਚ ਇਤਿਹਾਸ ਦੇ ਸਭ ਤੋਂ ਚਰਚਿਤ ਰੋਮ ਸ਼ਾਸਕ ਜੂਲੀਅਸ ਸੀਜ਼ਰ ਨੇ ਵੀ ਆਪਣੀ ਤਸਵੀਰ ਵਾਲਾ ਸਿੱਕਾ ਜਾਰੀ ਕੀਤਾ ਸੀ। ਇਸ 'ਚ ਉਸਦਾ ਚਿਹਰਾ ਸਾਫ਼ ਦੇਖਿਆ ਜਾ ਸਕਦਾ ਸੀ। ਸਿੱਕਾ ਜਾਰੀ ਕਰਨ ਦੇ ਮਹੀਨੇ ਅੰਦਰ ਹੀ ਸੀਜ਼ਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਰੋਮ ਦੀ ਸ਼ਾਨ ਵੀ ਢਹਿ-ਢੇਰੀ ਹੋ ਗਈ ਸੀ। ਦੋਵਾਂ ਸ਼ਾਸਕਾਂ ਨੇ ਰੋਮ ਤੇ ਪੂਰੀ ਤਾਨਾਸ਼ਾਹੀ ਨਾਲ ਸ਼ਾਸਨ ਕੀਤਾ ਸੀ। ਸੁਲਾ ਨੇ ਰੋਮ 'ਚ ਲੋਕਤੰਤਰ ਖਤਮ ਕਰਦਿਆਂ ਤਾਨਾਸ਼ਾਹੀ ਵਿਵਸਥਾ ਲਾਗੂ ਕੀਤੀ। ਉਹਦਾ ਸੀਜ਼ਰ ਦੇ ਸਿੱਕੇ ਤੇ ਵੀ ਉਮਰ ਭਰ ਲਈ ਤਾਨਾਸ਼ਾਹ ਲਿਖਿਆ ਸੀ। ਅਮਰੀਕਾ ਤੇ ਭਾਰਤ ਦੇ ਰਿਸ਼ਤੇ ਇਨੀ ਦਿਨੀ ਉਤਰਾਅ ਚੜ੍ਹਾਅ ਭਰੇ ਲੱਗ ਰਹੇ ਹਨ। ਕਦੇ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਤੇ ਟੈਰਿਫ ਬੰਬ ਸੁੱਟਦੇ ਹਨ ਅਤੇ ਕਦੇ ਭਾਰਤ ਦੇ ਖਿਲਾਫ ਬਿਆਨ ਦਿੰਦੇ ਹਨ। ਕਦੇ ਟਰੰਪ ਭਾਰਤ ਨੂੰ ਆਪਣਾ ਵਧੀਆ ਦੋਸਤ ਦੱਸਦੇ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਭਾਰਤ ਨੂੰ ਲੈ ਕੇ ਯੂ ਟਰਨ ਮਾਰਿਆ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਸੋ ਗੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਗੋਰ ਨੇ ਕਿਹਾ, ਮੇਰੀ ਪ੍ਰਧਾਨ ਮੰਤਰੀ ਮੋਦੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਰੱਖਿਆ, ਵਪਾਰ ਅਤੇ ਟੈਕਨੋਲੋਜੀ ਸਮੇਤ ਦੁਵੱਲੇ ਮੁੱਦਿਆਂ ਤੇ ਚਰਚਾ ਕੀਤੀ। ਅਸੀਂ ਦੁਰਲਭ ਖਣਿਜਾਂ ਦੀ ਮਹੱਤਤਾ ਨੂੰ ਵੀ ਛੂਹਿਆ। ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮਹਾਨ ਅਤੇ ਨਿੱਜੀ ਦੋਸਤ ਮੰਨਦੇ ਹਨ। ਸੋ ਉਹਨਾਂ ਨੇ ਕਿਹਾ, ਸੰਯੁਕਤ ਰਾਜ ਅਮਰੀਕਾ ਭਾਰਤ ਨਾਲ ਆਪਣੇ ਸਬੰਧਾਂ ਨੂੰ
ਬਹੁਤ ਮਹੱਤਵ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਲਿਖਿਆ ਕਿ ਭਾਰਤ ਲਈ ਨਾਮਜ਼ਦ ਅਮਰੀਕੀ ਰਾਜਦੂਤ ਸਰਜੀਓ ਗੋਰ ਦਾ ਸਵਾਗਤ ਕਰਕੇ ਖੁਸ਼ੀ ਹੋਈ। ਉਹਨਾਂ ਨੇ ਕਿਹਾ ਉਹਨਾਂ ਨੂੰ ਵਿਸ਼ਵਾਸ ਹੈ ਉਹਨਾਂ ਦੇ ਕਾਰਜਕਾਲ ਦੌਰਾਨ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 100% ਵਾਧੂ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਬੀਜਿੰਗ ਨੇ ਵਾਸ਼ਿੰਗਟਨ ਤੇ ਦੋਹਰੇ ਮਾਪਦੰਡਾਂ ਦਾ ਦੋਸ਼ ਲਗਾਇਆ। ਚੀਨ ਦੇ ਵਣਜ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਬਿਆਨ ਦੋਹਰੇ ਮਾਪਦੰਡਾਂ ਦੀ ਇੱਕ ਉਦਾਹਰਣ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਚੱਲ ਰਹੇ ਵਪਾਰਕ ਤਣਾਅ ਨੂੰ ਹੋਰ ਵਧਾ ਦਿੱਤਾ ਗਿਆ। ਟਰੰਪ ਦੇ ਟੈਰਿਫ ਦਾ ਕਾਰਨ ਰਾਸ਼ਟਰਪਤੀ ਟਰੰਪ ਨੇ ਦੱਸਿਆ ਹੈ। ਆਪਣੇ ਬਿਆਨ ਵਿੱਚ ਇਹ ਕਿਹਾ ਸੀ ਕਿ ਇਹ ਕਦਮ ਚੀਨ ਵੱਲੋਂ ਦੁਰਲੱਭ ਧਰਤੀ ਤੇ ਖਣਿਜਾਂ ਤੇ ਲਗਾਈਆਂ ਗਈਆਂ ਨਵੀਆਂ ਨਿਰਯਾਤ ਪਾਬੰਦੀਆਂ ਦੇ ਜਵਾਬ 'ਚ ਹੈ। ਇਹ ਖਣਿਜ ਇਲੈਕਟ੍ਰੀਕਲ ਵਾਹਨਾਂ, ਸਮਾਰਟਫੋਨ ਅਤੇ ਰੱਖਿਆ ਉਪਕਰਨਾਂ ਸਮੇਤ ਕਈ ਅਤੀ ਆਧੁਨਿਕ ਟੈਕਨੋਲੋਜੀਆਂ ਵਿੱਚ ਵਰਤੇ ਜਾਂਦੇ ਹਨ। ਮੰਤਰਾਲੇ ਨੇ ਕਿਹਾ ਇਨ੍ਹਾਂ ਕਾਰਵਾਈਆਂ ਨੇ ਚੀਨ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਇਆ ਹੈ ਅਤੇ ਦੋਵਾਂ ਧਿਰਾਂ ਵਿਚਕਾਰ ਆਰਥਿਕ ਅਤੇ ਵਪਾਰਕ ਗੱਲਬਾਤ ਲਈ ਮਾਹੌਲ ਨੂੰ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਹੈ। ਹਰ ਮੋੜ ਤੇ ਉੱਚ ਟੈਰਿਫ ਲਗਾਉਣ ਦੀ ਧਮਕੀ ਦੇਣਾ ਚੀਨ ਦੇ ਨਾਲ ਗੱਲਬਾਤ ਕਰਨ ਦਾ ਸਹੀ ਤਰੀਕਾ ਨਹੀਂ ਹੈ। ਚੀਨ ਨੇ ਅਮਰੀਕਾ ਤੇ ਵਿਸ਼ਵ ਵਪਾਰ ਵਿੱਚ ਆਜ਼ਾਦੀ ਦੀ ਵਕਾਲਤ ਕਰਨ ਅਤੇ ਨਾਲ ਹੀ ਸੁਰੱਖਿਆਵਾਦੀ ਨੀਤੀਆਂ ਨੂੰ ਲਾਗੂ ਕਰਨ ਦਾ ਦੋਸ਼ ਲਗਾਇਆ। ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕਾ ਆਪਣੇ ਹਿੱਤਾਂ ਅਨੁਸਾਰ ਅੰਤਰਰਾਸ਼ਟਰੀ ਨਿਯਮਾਂ ਦੀ ਵਿਆਖਿਆ ਕਰਦਾ ਹੈ। ਇਹ ਨਵਾਂ ਤਣਾਅ ਅਜਿਹੇ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾ ਡੋਨਲਡ ਟਰੰਪ ਅਤੇ ਸ਼ੀ ਜਿਨਪਿੰਗ ਆਉਣ ਵਾਲੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੇ ਵਿੱਚ ਮਿਲਣ ਵਾਲੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦਾ ਜਵਾਬ ਸੰਭਾਵੀ ਬਦਲਾ ਲੈਣ ਵਾਲੇ ਉਪਾਵਾਂ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਵਿਸ਼ਵ ਵਿਆਪੀ ਸਪਲਾਈ ਚੇਨਾਂ ਅਤੇ ਬਾਜ਼ਾਰਾਂ ਨੂੰ ਪ੍ਰਭਾਵ ਪੈ ਸਕਦਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲੇ ਕਫ ਸਿਰਪ ਕਾਰਨ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਵਿਸ਼ਵ ਸਿਹਤ ਸੰਸਥਾ ਨੇ ਭਾਰਤ ਤੋਂ ਸਪਸ਼ਟੀਕਰਨ ਮੰਗਿਆ ਕਿ ਇਹ ਦਵਾਈਆਂ ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕੀਤੀਆਂ ਗਈਆਂ ਸਨ। ਇਸ ਦੇ ਬਾਅਦ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਭਾਰਤ ਵਿੱਚ ਬੱਚਿਆਂ ਦੀ ਮੌਤ ਨਾਲ ਜੁੜੇ ਜ਼ਹਿਰੀਲੇ ਕਫ ਸਿਰਪ ਨੂੰ ਅਮਰੀਕਾ ਨਹੀਂ ਭੇਜਿਆ ਗਿਆ। ਦਰਅਸਲ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਭਾਰਤ ਵਿੱਚ ਸਥਾਨਕ ਤੌਰ ਤੇ ਵਿਕ ਰਹੀਆਂ ਕਫ ਸਿਰਪ ਦਵਾਈਆਂ ਦੀ ਜਾਂਚ ਵਿੱਚ ਨੈਤਿਕ ਖਾਮੀਆਂ ਹਨ ਅਤੇ WHO ਨੇ ਭਾਰਤ ਤੋਂ ਸਪਸ਼ਟੀਕਰਨ ਮੰਗਿਆ ਕਿ ਦੇਸ਼ ਵਿੱਚ ਬੱਚਿਆਂ ਦੀ ਮੌਤ ਨਾਲ ਜੁੜੇ ਕਫ ਸਿਰਪ ਨੂੰ ਨਿਯਮਿਤ ਪ੍ਰਕਿਰਿਆ ਦੇ ਤਹਿਤ ਹੋਰ ਦੇਸ਼ਾਂ ਨੂੰ ਨਿਰਯਾਤ ਕੀਤਾ ਗਿਆ ਸੀ। ਇਹ ਸਵਾਲ ਕੀਤਾ ਜਾ ਰਿਹਾ ਹੈ। ਅਮਰੀਕੀ FDA ਨੇ ਪੁਸ਼ਟੀ ਕੀਤੀ ਕਿ ਭਾਰਤ ਵਿੱਚ ਬੱਚਿਆਂ ਦੀ ਮੌਤ ਨਾਲ ਜੁੜੇ ਜ਼ਹਿਰੀਲੇ ਕਫ ਸਿਰਪ ਅਮਰੀਕਾ ਨਹੀਂ ਭੇਜੇ ਗਏ ਹਨ। FDA ਨੇ ਕਿਹਾ ਕਿ ਉਸ ਨੂੰ ਭਾਰਤ ਵਿੱਚ ਬੱਚਿਆਂ ਦੀ ਖਾਂਸੀ ਅਤੇ ਜ਼ੁਕਾਮ ਦੀਆਂ ਦਵਾਈਆਂ ਵਿੱਚ ਡਾਈਥੀਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਕਾਰਨ ਜ਼ਹਿਰੀਲੇ ਹੋਣ ਦੀਆਂ ਖਬਰਾਂ ਦੀ ਜਾਣਕਾਰੀ ਹੈ। FDA ਨੇ ਕਿਹਾ ਕਿ ਭਾਰਤ ਦੇ ਸਿਹਤ ਅਧਿਕਾਰ ਕੇਂਦਰੀ ਦਵਾਈ ਮਿਆਰੀ ਨਿਯੰਤਰਣ ਸੰਸਥਾ ਨੇ ਅਮਰੀਕੀ ਨਿਯਮਕ ਨੂੰ ਜਾਣੂ ਕੀਤਾ ਕਿ ਇਹ ਉਤਪਾਦ ਭਾਰਤ ਤੋਂ ਕਿਸੇ ਹੋਰ ਦੇਸ਼ ਨੂੰ ਨਿਰਯਾਤ ਨਹੀਂ ਕੀਤੇ ਜਾ ਰਹੇ ਹਨ। FDA ਨੇ ਇਹ ਵੀ ਦੱਸਿਆ ਕਿ ਉਹ ਇਸ ਤਰ੍ਹਾਂ ਦੀਆਂ ਜ਼ਹਿਰੀਲੀ ਦਵਾਈਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਤਰਕ ਹੈ। ਇਸ ਦੇ ਨਾਲ ਹੀ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ, ਯਾਨੀ ਕਿ ਜਿੰਨੇ ਵੀ ਜੋ ਨਿਰਮਾਤਾ ਹਨ ਇਸ ਦਵਾਈ ਨੂੰ ਬਣਾਉਣ ਵਾਲੇ, ਉਹਨਾਂ ਨੂੰ ਕਿਹਾ ਗਿਆ ਕਿ ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਦਵਾਈਆਂ ਸੁਰੱਖਿਅਤ ਅਤੇ ਉੱਚਤਮ ਗੁਣਵੱਤਾ ਵਾਲੀਆਂ ਹੋਣ। ਅਧਿਕਾਰੀਆਂ ਦੇ ਅਨੁਸਾਰ ਪਿਛਲੇ 1 ਮਹੀਨੇ ਵਿੱਚ ਭਾਰਤ ਵਿੱਚ ਜ਼ਹਿਰੀਲੇ ਡਾਈਥੀਲੀਨ ਗਲਾਈਕੋਲ ਵਾਲੀ ਖਾਂਸੀ ਦੀ ਦਵਾਈ ਲੈਣ ਕਾਰਨ ਬੱਚਿਆਂ ਦੀ ਮੌਤ ਹੋਈ ਹੈ, ਜਿਸ ਵਿੱਚ ਅਨੁਮਾਨਿਤ ਸੀਮਾ ਤੋਂ ਵੱਧ ਮਾਤਰਾ ਵਿੱਚ ਡਾਈਥੀਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਪਾਇਆ ਗਿਆ। ਭਾਰਤੀ ਅਧਿਕਾਰੀਆਂ ਨੇ ਲੋਕਾਂ ਨੂੰ ਕੋਲਡ੍ਰਿਫ ਕਫ ਸਿਰਪ ਦੇ ਨਾਲ 2 ਹੋਰ ਬ੍ਰਾਂਡਾਂ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਦਸੰਬਰ 2019 ਵਿੱਚ ਖਤਰਨਾਕ ਕਰੋਨਾ ਵਾਇਰਸ ਚੀਨ ਤੋਂ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ ਅਤੇ ਤੇਜ਼ੀ ਨਾਲ ਇੱਕ ਵਿਸ਼ਵ ਵਿਆਪੀ ਮਹਾਮਾਰੀ ਬਣ ਗਿਆ। 2020 ਤੇ 21 ਦੇ ਵਿੱਚ ਕਰੋਨਾ ਵਾਇਰਸ ਲਹਿਰ ਨੇ ਜੀਵਨ ਨੂੰ ਠੱਪ ਕਰ ਦਿੱਤਾ, ਜਿਸ ਕਾਰਨ ਲੋਕਡਾਊਨ, ਸਕੂਲ ਅਤੇ ਦਫ਼ਤਰ ਬੰਦ ਹੋ ਗਏ। ਵਰਤਮਾਨ ਵਿੱਚ ਕਰੋਨਾ ਵਾਇਰਸ ਕਾਫੀ ਕਮਜ਼ੋਰ ਹੋ ਗਿਆ ਜਾਪਦਾ ਹੈ। ਹਾਲਾਂਕਿ ਪਰਿਵਰਤਨ ਦੇ ਕਾਰਨ ਸਮੇਂ-ਸਮੇਂ ਤੇ ਛੋਟੀਆਂ ਲਹਿਰਾਂ ਵੇਖੀਆਂ ਗਈਆਂ ਹਨ। 2020 ਤੋਂ 21 ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ, ਜਦੋਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਰੁਕ ਗਈ ਸੀ। ਗਲੀਆਂ ਸੁਨਸਾਨ ਸਨ, ਸਕੂਲ ਬੰਦ ਸਨ ਅਤੇ ਲੋਕਾਂ ਦੀ ਜ਼ਿੰਦਗੀ ਆਪਣੇ ਘਰਾਂ ਤੱਕ ਸੀਮਿਤ ਸੀ। ਹੁਣ ਇੱਕ ਵਾਰ ਫਿਰ ਅਜਿਹੀਆਂ ਚਿੰਤਾਵਾਂ ਵੱਧ ਰਹੀਆਂ ਹਨ। ਹਾਲੀਆ ਰਿਪੋਰਟਾਂ ਦੇ ਅਨੁਸਾਰ ਜਾਪਾਨ ਦੇ ਵਿੱਚ
ਵੱਡੇ ਪੱਧਰ ਤੇ ਫਲੂ ਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ ਅਤੇ ਸਥਿਤੀ ਕਰੋਨਾ ਵਾਇਰਸ ਮਹਾਮਾਰੀ ਦੇ ਦਿਨਾਂ ਵਰਗੀ ਹੈ। ਮੀਡੀਆ ਰਿਪੋਰਟਾਂ ਤੋਂ ਇਹ ਪਤਾ ਚੱਲਦਾ ਹੈ ਕਿ ਜਾਪਾਨ ਵਿੱਚ ਫਲੂ ਦੇ ਪ੍ਰਕੋਪ ਕਾਰਨ ਕਈ ਸ਼ਹਿਰਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਤੇਜ਼ੀ ਨਾਲ ਵਿਗੜਦੀ ਸਥਿਤੀ ਦੇ ਵਿਚਕਾਰ ਜਾਪਾਨੀ ਸਰਕਾਰ ਨੇ ਦੇਸ਼ ਵਿਆਪੀ ਇਨਫਲੂਐਂਜ਼ਾ ਮਹਾਮਾਰੀ ਦਾ ਐਲਾਨ ਕੀਤਾ ਹੈ। ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਇਹ ਹੈ ਕਿ ਕੀ ਕਰੋਨਾ ਵਾਇਰਸ ਵਰਗੀ ਖਤਰਨਾਕ ਮਹਾਮਾਰੀ ਦੁਬਾਰਾ ਆ ਰਹੀ ਹੈ। ਜਾਪਾਨ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਪਾਨ ਵਿੱਚ ਹਰ ਸਾਲ ਫਲੂ ਦਾ ਖਤਰਾ ਦੇਖਿਆ ਗਿਆ। ਹਾਲਾਂਕਿ ਇਸ ਵਾਰ ਫਲੂ ਦੇ ਮਾਮਲੇ ਲਗਭਗ 5 ਹਫ਼ਤੇ ਪਹਿਲਾਂ ਵਧਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸਥਿਤੀ ਵਿਗੜ ਗਈ। ਹਾਲ ਹੀ ਦੇ ਦਿਨਾਂ ਵਿੱਚ ਵਿਗੜਦੀ ਸਥਿਤੀ ਕਾਰਨ ਕਈ ਥਾਵਾਂ ਤੇ ਸਕੂਲ ਅਸਥਾਈ ਤੌਰ ਤੇ ਬੰਦ ਹੋ ਗਏ ਹਨ। ਹਸਪਤਾਲਾਂ ਵਿੱਚ ਦਾਖਲ ਹੋਣ ਵਿੱਚ ਵਾਧਾ ਹੋਇਆ ਅਤੇ ਸਿਹਤ ਸੰਭਾਲ ਪ੍ਰਣਾਲੀ ਤੇ ਦਬਾਅ ਪਿਆ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।